ਹੈਲੋ ਸਟੂਡੈਂਟਸ, ਅੱਜ ਅਸੀਂ ਗੱਲ ਕਰਨੀ ਹੈ ਸੈੱਲ ਦੇ ਸਾਈਜ਼ ਦੀ ਅਤੇ ਉਹਦੇ ਸਟਰਕਚਰ ਅਤੇ ਫੰਕਸ਼ਨ ਸੇ। ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਹੁਣ ਸੈੱਲ ਜਿਹੜੀ ਹੈ ਉਹ ਇਹੋ ਜਿਹੀ ਤੁਸੀਂ ਕਹਿ ਸਕਦੇ ਜੀ ਕਿ ਇਹੋ ਜਿਹਾ ਬੇਸਿਕ ਯੂਨਿਟ ਹੈ ਜਿਹਨੂੰ ਅਸੀਂ ਅੱਖਾਂ ਦੇ ਨਾਲ ਬਿਨਾਂ ਕਿਸੇ ਮੈਗਨੀਫਾਈਂਗ ਡਿਵਾਈਸ ਦੇ ਨਹੀਂ ਦੇਖ ਸਕਦੇ। ਸਿਰਫ ਅੱਖਾਂ ਦੇ ਨਾਲ, ਇਕੱਲੀਆਂ ਅੱਖਾਂ ਦੇ ਨਾਲ ਇਹਨੂੰ ਦੇਖਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਕਿਉਂਕਿ ਇਹਦਾ ਸਾਈਜ਼ ਜਿਹੜਾ ਹੈ ਉਹ ਬਹੁਤ ਜ਼ਿਆਦਾ ਛੋਟਾ ਹੈ। ਇੰਨਾ ਛੋਟਾ ਕਿ ਅਸੀਂ ਇਹਨੂੰ ਮਾਈਕਰੋਮੀਟਰਸ ਜਾਂ ਫਿਰ ਮਾਈਕਰੋਨਸ ਦੇ ਵਿੱਚ ਮੈਜਰ ਕਰਦੇ ਹਾਂ। ਅਤੇ ਇੱਥੇ ਇਹਨਾਂ ਨੇ ਕਿਹਾ ਹੈ ਔਰ ਮੇ ਬੀ ਐਜ਼ ਲਾਰਜ ਐਜ਼ ਫਿਊ ਸੈਂਟੀਮੀਟਰਸ। ਮੇ ਬੀ ਦਾ ਮਤਲਬ ਹੈ ਕਿ ਹੋ ਸਕਦਾ ਹੈ। ਇਹ ਮੇ ਬੀ ਜਿਹੜਾ ਬਹੁਤ ਜ਼ਰੂਰੀ ਹੈ। ਜ਼ਿਆਦਾਤਰ ਇਹਨੂੰ ਅਸੀਂ ਮਾਈਕਰੋਮੀਟਰ ਜਾਂ ਫਿਰ ਮਾਈਕਰੋਨ ਦੇ ਵਿੱਚ ਹੀ ਇਹਨੂੰ ਮੈਜਰ ਕਰਦੇ ਹਾਂ ਕਿਉਂਕਿ ਮੇਜੋਰਿਟੀ ਵਾਈਜ਼ ਸੈੱਲਸ ਦਾ ਸਾਈਜ਼ ਜਿਹੜਾ ਹੈ ਬਹੁਤ ਛੋਟਾ ਹੁੰਦਾ ਹੈ। ਹੋਰ ਇਹਦੇ ਵਿੱਚ ਇਹਨਾਂ ਨੇ ਦੱਸਿਆ ਹੋਇਆ ਹੈ ਕਿ ਇੱਕ ਜਿਹੜਾ ਸਮੋਲੈਸਟ ਸੈੱਲ ਹੈ ਉਹਦੇ ਬਾਰੇ ਗੱਲ ਕੀਤੀ ਹੈ ਅਤੇ ਇੱਕ ਲਾਰਜੈਸਟ ਸੈੱਲ ਦੇ ਬਾਰੇ ਗੱਲ ਕੀਤੀ ਹੈ। ਸਮੋਲੈਸਟ ਸੈੱਲ ਕਿਹਦੇ ਵਿੱਚ ਫਾਈਂਡ ਕੀਤਾ ਗਿਆ? ਬੈਕਟੀਰੀਆ ਦੇ ਵਿੱਚ। ਬੈਕਟੀਰੀਆ ਸਾਨੂੰ ਪਤਾ ਹੈ ਕੀ ਹੁੰਦੇ ਆ, ਹੈ ਨਾ। ਬੈਕਟੀਰੀਆ ਮਾਈਕਰੋ ਔਰਗੈਨਿਜ਼ਮਸ ਦੀ ਹੀ ਅੱਗੋਂ ਕਲਾਸੀਫਿਕੇਸ਼ਨ ਦੇ ਵਿੱਚ ਅਸੀਂ ਕੀਤੇ ਹੀ, ਜਿਵੇਂ ਬੈਕਟੀਰੀਆ, ਵਾਇਰਸਿਸ, ਫੰਜਾਈ, ਹੈ ਨਾ। ਇਹ ਸਾਰੇ ਸਭ ਕੁਝ ਅਸੀਂ ਕਰ ਚੁੱਕੇ ਹਾਂ। ਬੈਕਟੀਰੀਆ ਦੇ ਵਿੱਚ ਸਭ ਤੋਂ ਛੋਟਾ ਸੈੱਲ ਜਿਹੜਾ ਫਾਈਂਡ ਕੀਤਾ ਗਿਆ ਹੈ ਉਹ ਕੀ ਹੈ? 0.1 ਤੋਂ 0.5 ਮਾਈਕਰੋਮੀਟਰ। ਮਾਈਕਰੋਮੀਟਰ ਬਹੁਤ ਛੋਟਾ ਜਿਹੜਾ ਵਾ ਮੈਜਰਮੈਂਟ ਦਾ ਯੂਨਿਟ ਹੈਗਾ। ਉਹਦੇ ਵਿੱਚ ਇਹਦੀ ਵੇਖੋ ਮੈਜਰਮੈਂਟ ਕਿੰਨੀ ਉਹਨਾਂ ਨੇ ਲਿਖੀ ਹੈ, 0.1 ਤੋਂ 0.5। ਮਤਲਬ ਇਹ 1 ਮਾਈਕਰੋਮੀਟਰ ਵੀ ਕੰਪਲੀਟ ਨਹੀਂ ਕਰਦਾ ਪਿਆ, ਹੈ ਨਾ। 0.1 ਹੈ। ਲਾਰਜੈਸਟ ਜਿਹੜਾ ਸੈੱਲ ਹੈ ਉਹ ਕੀ ਹੈਗਾ ਹੈ? ਵੇਖੋ ਕੀ ਹੈਗਾ, ਐਗ ਹੈ ਆਸਟ੍ਰਿਚ ਦਾ। ਆਸਟ੍ਰਿਚ ਇੱਕ ਪਕਸ਼ੀ ਹੈ ਜਿਹਨੂੰ ਸ਼ਤਰਮੁਰਗ ਵੀ ਕਹਿੰਦੇ ਆ। ਇਹ ਹੈਗਾ ਇੱਕ ਪਕਸ਼ੀ ਆ ਪਰ ਇਹ ਉੱਡ ਨਹੀਂ ਸਕਦਾ ਕਿਉਂਕਿ ਇਹਦਾ ਸਾਈਜ਼ ਇੰਨਾ ਵੱਡਾ ਹੁੰਦਾ ਹੈ। ਇਹ ਭਾਰਾ ਵੀ ਬਹੁਤ ਜ਼ਿਆਦਾ ਹੁੰਦਾ। ਇਹਦੀ ਧੌਣ ਬਹੁਤ ਲੰਬੀ ਹੁੰਦੀ ਹੈ, ਇਹਦੀਆਂ ਲੱਤਾਂ ਵੀ ਬਹੁਤ ਲੰਬੀਆਂ ਹੁੰਦੀਆਂ। ਕਹਿਣ ਨੂੰ ਤਾਂ ਪਕਸ਼ੀ ਆ ਪਰ ਇਹ ਉੱਡ ਨਹੀਂ ਸਕਦਾ। ਇਹਦੀ ਛੋਟੇ ਛੋਟੇ ਜਿਹੇ ਪੰਖ ਇਹਦੇ ਹੁੰਦੇ ਆ। ਇਹਦਾ ਜਿਹੜਾ ਐਗ ਹੈ ਨਾ, ਇੱਥੇ ਲਿਖਿਆ ਨਹੀਂ ਹੈ ਪਰ ਉਹਦਾ ਤਕਰੀਬਨ ਜਿਹੜਾ ਭਾਰ ਹੈ ਉਹ 1.5 ਕਿਲੋਗ੍ਰਾਮ ਹੁੰਦਾ ਹੈ। 1.5 ਕਿਲੋਗ੍ਰਾਮ ਇਹਦੇ ਆਂਡੇ ਦਾ ਭਾਰ ਹੀ ਹੁੰਦਾ। ਹੁਣ ਇਹਦੇ ਵਿੱਚ ਇਹਨਾਂ ਨੇ ਇਹਦੀ ਜਿਹੜੀ ਲਾਰਜੈਸਟ ਸੈੱਲ ਜਿਹੜਾ ਵਾ ਉਹਦੀ ਮੈਜਰਮੈਂਟ ਲਿਖੀ ਹੈ 170 mm ਇੰਟੂ 130 mm। ਪਰ ਜੇਕਰ ਤੁਸੀਂ ਸਰਚ ਕਰੋਗੇ ਸੌਖਾ ਤਰੀਕਾ ਯਾਦ ਕਰਨ ਦਾ, ਇਹਦੇ ਵਿੱਚ ਇਹਨਾਂ ਨੇ ਮਿਲੀਮੀਟਰਸ ਦੇ ਵਿੱਚ ਦੱਸੀ ਹੈ ਨਾ। ਅਸੀਂ ਸੈਂਟੀਮੀਟਰ ਦੇ ਵਿੱਚ ਵੀ ਵੇਖ ਲੈਂਦੇ ਹਾਂ। ਸੈਂਟੀਮੀਟਰ ਦੇ ਵਿੱਚ ਇਹਨਾਂ ਨੇ ਦੱਸੀ ਹੈ, ਜੇਕਰ ਤੁਸੀਂ ਸਰਚ ਕਰੋਗੇ ਤਾਂ ਉਹ ਆਏਗੀ 15 ਸੈਂਟੀਮੀਟਰ ਜਿਹੜੀ ਉਹਦੀ ਲੈਂਥ ਆਏਗੀ ਅਤੇ 13 ਸੈਂਟੀਮੀਟਰ ਉਹਦੀ ਬਰੈਥ। ਮਤਲਬ ਵਾਈਡ ਉਹ ਕਿੰਨਾ ਹੈਗਾ ਹੈ? 13 ਸੈਂਟੀਮੀਟਰ। ਪਰ ਤੁਹਾਨੂੰ ਇਹ ਸਭ ਕੁਝ ਯਾਦ ਕਰਨ ਦੀ ਜ਼ਰੂਰਤ ਨਹੀਂ ਹੈਗੀ। ਤੁਸੀਂ ਬਸ ਇਹੀ ਯਾਦ ਕਰਨਾ ਹੈ ਕਿ ਲਾਰਜੈਸਟ ਸੈੱਲ ਕੀ ਹੈਗਾ ਹੈ? ਐਗ ਆਫ ਐਨ ਆਸਟ੍ਰਿਚ। ਅਤੇ ਸਮੋਲੈਸਟ ਸੈੱਲ ਕੀ ਹੈਗਾ? ਬੈਕਟੀਰੀਆ ਦੇ ਵਿੱਚ ਸਮੋਲੈਸਟ ਸੈੱਲ ਦੀ ਤੁਸੀਂ ਯਾਦ ਕਰ ਸਕਦੇ ਜੇ। ਹੁਣ ਜਦੋਂ ਵੀ ਤੁਸੀਂ ਹੈਨ ਦੇ ਐਗ ਨੂੰ ਬੋਇਲ ਕਰਦੇ ਜੇ ਅਤੇ ਆਸੇ ਪਾਸੇ ਕੀ ਹੁੰਦਾ, ਇੱਕ ਵਾਈਟ ਕਲਰ ਦੀ ਲੇਅਰ 'ਚ ਬਣ ਜਾਂਦੀ ਹੈ। ਅਸਲ ਦੇ ਵਿੱਚ ਉਹ ਇੱਕ ਪ੍ਰੋਟੀਨ ਹੁੰਦਾ ਹੈ, ਉਹ ਪੂਰੇ ਦਾ ਪੂਰਾ ਸੈੱਲ ਨਹੀਂ ਹੁੰਦਾ। ਵਿੱਚ ਕੀ ਹੁੰਦਾ, ਉਹਦੇ ਅੰਦਰ ਯੈਲੋ ਜਿਹਾ ਯੋਕ ਹੁੰਦਾ ਹੈ। ਆਸੇ ਪਾਸੇ ਉਹ ਵਾਈਟ ਕਲਰ ਦੀ ਇੱਕ ਚੀਜ਼ ਜੀ ਹੁੰਦੀ ਆ, ਉਹਨੂੰ ਹੀ ਕਹਿੰਦੇ ਐਲਬੂਮਿਨ। ਉਹ ਅਸਲ ਵਿੱਚ ਇੱਕ ਪ੍ਰੋਟੀਨ ਹੁੰਦਾ ਹੈ। ਜਿਹੜਾ ਅੰਦਰੋਂ ਯੈਲੋ ਵੀ ਹੁੰਦਾ ਨਾ ਯੋਕ, ਉਹ ਵੀ ਸਾਰਾ ਸੈੱਲ ਨਹੀਂ ਹੁੰਦਾ। ਉਹਦੇ ਵਿੱਚ ਕੁਛ ਛੋਟਾ ਜਿਹਾ ਪਾਰਟ ਹੀ ਸੈੱਲ ਹੁੰਦਾ ਹੈ। ਅਸਲ ਦੇ ਵਿੱਚ ਉਹਦੇ ਵਿੱਚ ਉਹਦਾ ਖਾਣਾ ਵੀ ਹੁੰਦਾ ਹੈ ਜਿਹੜਾ ਸੈੱਲ ਨੇ ਖਾ ਕੇ ਵੱਡਾ ਹੋਣਾ ਹੁੰਦਾ ਹੈ। ਕਿਉਂਕਿ ਬਾਅਦ ਵਿੱਚ ਤਾਂ ਉਹਨੇ ਕੀ ਬਣਨਾ ਹੁੰਦਾ, ਚੂਜ਼ਾ ਨਾ। ਅਤੇ ਉਹਦੇ ਵਿੱਚ ਰੱਬ ਨੇ ਖਾਣਾ ਵੀ ਪਹਿਲੋਂ ਹੀ ਦੇ ਦਿੱਤਾ ਹੈ ਕਿ ਤੂੰ ਇਹਨੂੰ ਖਾਈ ਜਾ, ਬਾਅਦ ਵਿੱਚ ਚੂਜ਼ਾ ਬਣ ਜੀ, ਠੀਕ ਹੈ। ਹੁਣ ਆਹ ਵੇਖੋ ਨਾ ਲਿਖਿਆ ਨਾ ਯੈਲੋ ਪਾਰਟ ਜਿਹਨੂੰ ਅਸੀਂ ਯੋਕ ਕਹਿੰਦੇ ਹਾਂ, ਇਟ ਇਜ਼ ਅ ਪਾਰਟ ਆਫ ਸਿੰਗਲ ਸੈੱਲ। ਉਹ ਸਾਰੇ ਦਾ ਸਾਰਾ ਸੈੱਲ ਨਹੀਂ ਹੈਗਾ, ਉਹ ਸਿਰਫ ਇੱਕ ਛੋਟਾ ਜਿਹਾ ਪਾਰਟ ਹੈਗਾ ਹੈ ਉਹਦੇ ਵਿੱਚ ਸੈੱਲ। ਉਹ ਵੀ ਜਿਹੜਾ ਯੋਕ ਹੈ ਨਾ, ਉਹ ਵੀ ਉਹ ਸੈੱਲ ਦਾ ਹਿੱਸਾ ਹੀ ਹੈਗਾ, ਠੀਕ ਹੈ। ਹੁਣ ਅੱਗੋਂ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਸੈੱਲ ਹੈ ਉਹ ਇਸ ਤਰ੍ਹਾਂ ਹੁੰਦਾ ਕਿ ਵੱਡੇ ਜਾਨਵਰ ਦੇ ਸੈੱਲ ਵੱਡੇ ਹੁੰਦੇ ਆ ਅਤੇ ਛੋਟੇ ਜਾਨਵਰ ਦੇ ਸੈੱਲ ਛੋਟੇ ਹੁੰਦੇ ਆ। ਇਹ ਲੜਕੀ ਨੇ ਪੁੱਛਿਆ ਕਿ ਐਲੀਫੈਂਟ ਦੇ ਸੈੱਲ ਲਾਰਜਰ ਹੋਣਗੇ ਰੈਟ ਦੇ ਨਾਲੋਂ? ਨਹੀਂ, ਇਸ ਤਰ੍ਹਾਂ ਦਾ ਕੋਈ ਨਹੀਂ ਹੈਗਾ। ਕਿਸੇ ਵੀ ਸੈੱਲ ਦਾ ਸਾਈਜ਼ ਦੇ ਲਿਵਿੰਗ ਔਰਗੈਨਿਜ਼ਮ ਦੇ ਸਾਈਜ਼ ਦੇ ਨਾਲ ਕੋਈ ਰਿਲੇਸ਼ਨ ਨਹੀਂ ਹੁੰਦਾ। ਉਹਦਾ ਰਿਲੇਸ਼ਨ ਹੁੰਦਾ ਹੈ ਸਿਰਫ ਅਤੇ ਸਿਰਫ ਉਹਦੇ ਫੰਕਸ਼ਨ ਦੇ ਨਾਲ, ਕਿ ਉਹਦਾ ਫੰਕਸ਼ਨ ਕੀ ਹੈਗਾ। ਜਿਵੇਂ ਹੁਣ ਅਸੀਂ ਵੇਖਾਂਗੇ ਕਿ ਉਹਨਾਂ ਨੇ ਗੱਲ ਕੀਤੀ ਨਰਵ ਸੈੱਲ ਦੀ ਗੱਲ ਕੀਤੀ ਹੈ। ਉਹਨਾਂ ਨੇ ਐਲੀਫੈਂਟ ਅਤੇ ਰੈਟ ਦੇ ਨਰਵ ਸੈੱਲ ਨੇ। ਨਰਵ ਸੈੱਲ ਕੀ ਹੁੰਦੇ ਆ? ਇਹਨਾਂ ਨੂੰ ਅਸੀਂ ਨਿਊਰੋਨ ਵੀ ਕਹਿੰਦੇ ਆ। ਇਹ ਮੈਸੇਜ ਟਰਾਂਸਫਰ ਕਰਦੇ ਆ। ਜਿਵੇਂ ਤੁਸੀਂ ਹੁਣ ਸੁਣਦੇ ਪਏ ਜੇ ਲੈਕਚਰ, ਤੁਹਾਡੇ ਕੰਨਾਂ ਤੱਕ ਪਹੁੰਚਣ ਡਿਆ, ਤੁਸੀਂ ਦਿਮਾਗ ਥਾਣੀ ਸਾਰਾ ਦਿਮਾਗ ਦੀ ਹੈਲਪ ਦੇ ਨਾਲ ਸਾਰਾ ਕੁਝ ਸਮਝਦੇ ਪਏ ਜੇ। ਇਹ ਕੌਣ ਹੈਲਪ ਕਰਦਾ ਪਿਆ?
ਅਸਲ ਦੇ ਵਿੱਚ ਤਾਂ ਬਹੁਤ ਜ਼ਿਆਦਾ ਇੱਕ ਲੰਬਾ ਪ੍ਰੋਸੈਸ ਚੱਲਦਾ ਪਿਆ, ਪਰ ਨਿਊਰੋਨਸ ਇਹਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਜਿਹੜਾ ਰੋਲ ਪਲੇ ਕਰਦੇ ਪਏ ਆ। ਉਹ ਸੁਣਦੇ ਪਿਆ ਸਭ ਕੁਛ ਅਤੇ ਦਿਮਾਗ ਨੂੰ ਟਰਾਂਸਫਰ ਕਰਦੇ ਪਿਆ। ਇਹ ਨਿਊਰੋਨਸ ਜਿਹੜੀ ਰੈਟ ਵਿੱਚ ਵੀ ਪ੍ਰੈਜੈਂਟ ਹੁੰਦੇ ਆ, ਐਲੀਫੈਂਟ ਦੇ ਵਿੱਚ ਵੀ ਪ੍ਰੈਜੈਂਟ ਹੁੰਦੇ ਆ। ਇਹ ਬ੍ਰਾਂਚਡ ਹੁੰਦੇ ਆ ਅਤੇ ਬਹੁਤ ਲੰਬੇ ਹੁੰਦੇ ਆ ਹਿਊਮਨਸ ਦੇ ਵਿੱਚ। ਉਹ ਕਹਿੰਦੇ ਇਹ ਜਿਹੜੇ ਨਿਊਰੋਨਸ ਹੈ ਨਾ, ਨਰਵ ਸੈਲਸ ਹੈ, ਇਹ ਐਲੀਫੈਂਟ ਅਤੇ ਰੈਟ ਦੋਨਾਂ ਦੇ ਵਿੱਚ ਹੀ ਲੌਂਗ ਹੁੰਦੇ ਆ ਅਤੇ ਦੋਨਾਂ ਦੇ ਵਿੱਚ ਹੀ ਬ੍ਰਾਂਚਡ ਹੁੰਦੇ ਆ, ਕਿਉਂਕਿ ਇਹਨਾਂ ਦਾ ਜਿਹੜਾ ਫੰਕਸ਼ਨ ਹੈ ਨਾ ਉਹ ਦੋਨਾਂ ਵਿੱਚ ਸੇਮ ਹੈਗਾ। ਅਤੇ ਅਸੀਂ ਪਹਿਲਾਂ ਵੇਖ ਲਿਆ ਸੀ ਕਿ ਜਿਹੜੀ ਸੈੱਲ ਆ ਉਹਦੀ ਸ਼ੇਪ ਜਿਹੜੀ ਹੈ, ਉਹਦੀ ਲੈਂਥ ਜਿਹੜੀ ਹੈ, ਉਹਨਾਂ ਦੇ ਕੰਮ ਉੱਤੇ ਨਿਰਭਰ ਕਰਦੀ ਹੈ, ਨਾ ਕਿ ਉਹਨਾਂ ਦੇ ਲਿਵਿੰਗ ਔਰਗੈਨਿਜ਼ਮ ਦਾ ਸਾਈਜ਼ ਕੀ ਹੈ ਉਹਦੇ ਉੱਤੇ। ਹੁਣ ਨਿਊਰੋਨ ਨੇ ਇਹ ਨਹੀਂ ਵੇਖਣਾ ਮੈਂ ਐਲੀਫੈਂਟ ਦਾ ਨਿਊਰੋਨ ਹੈਗਾ ਵਾ ਜਾਂ ਰੈਟ ਦਾ, ਉਹਨੇ ਵੇਖਣਾ ਮੇਰਾ ਕੰਮ ਕੀ ਹੈ ਅਤੇ ਉਹਨੇ ਉਹੀ ਪਰਫੋਰਮ ਜਿਹੜਾ ਕਰ ਦੇਣਾ। ਹੁਣ ਅਸੀਂ ਗੱਲ ਕਰਨੀ ਹੈ ਸੈੱਲ ਦੇ ਸਟਰਕਚਰ ਦੀ ਅਤੇ ਫੰਕਸ਼ਨ ਦੀ, ਕਿਉਂਕਿ ਸੈੱਲ ਜਿਹੜਾ ਇਹਦੇ ਅੰਦਰ ਬਹੁਤ ਸਾਰੇ ਫੰਕਸ਼ਨਸ ਹੋ ਰਹੇ ਆ ਅਤੇ ਮਾਈਕਰੋਸਕੋਪ ਦੀ ਵੀ ਡਿਵੈਲਪਮੈਂਟ ਜਿਹੜੀ ਆ ਉਹ ਬਹੁਤ ਵਧੀਆ ਹੋ ਚੁੱਕੀ ਸੀ। ਇਸ ਕਰਕੇ ਅਸੀਂ ਇਹਦੇ ਬਹੁਤ ਸਾਰੇ ਜਿਹੜੇ ਇਹਦੇ ਅੰਦਰ ਪ੍ਰੋਸੈਸ ਹੁੰਦੇ ਆ, ਸੈੱਲ ਦੇ ਵਿੱਚ ਵੀ ਕੀ ਹੁੰਦਾ ਉਹ ਅੱਜ ਸਾਨੂੰ ਬਹੁਤ ਸਾਰੀ ਨੌਲੇਜ ਹੈਗੀ ਆ ਅਤੇ ਉਹ ਅੱਜ ਅਸੀਂ ਵੇਖਾਂਗੇ। ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਕਿਹਾ ਹੈ ਕਿ ਡਾਇਜੈਸਟਿਵ ਸਿਸਟਮ ਜਿਹੜਾ ਹੈ ਉਹਦੇ ਵਿੱਚ ਕੀ ਹੁੰਦਾ ਹੈ, ਅਸੀਂ ਸਭ ਕੁਝ ਪੜ੍ਹ ਚੁੱਕੇ ਹਾਂ 7th ਕਲਾਸ ਦੇ ਵਿੱਚ ਕਿ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਵਿੱਚ ਐਕਟੀਵਿਟੀਜ਼ ਹੁੰਦੀਆਂ, ਡਾਇਜੈਸ਼ਨ, ਅਸੀਮੀਲੇਸ਼ਨ ਅਤੇ ਐਬਜ਼ੋਰਪਸ਼ਨ। ਜਦੋਂ ਅਸੀਂ ਖਾਣਾ ਖਾਂਦੇ ਹਾਂ ਡਾਇਜੈਸ਼ਨ ਹੁੰਦੀ ਹੈ, ਫਿਰ ਉਹਦੀ ਅਸੀਮੀਲੇਸ਼ਨ ਹੁੰਦੀ ਹੈ, ਫਿਰ ਉਹਦੀ ਐਬਜ਼ੋਰਪਸ਼ਨ ਹੁੰਦੀ ਹੈ, ਫਿਰ ਜਿਹੜਾ ਸਾਨੂੰ ਖਾਣਾ ਨਹੀਂ ਚਾਹੀਦਾ ਹੁੰਦਾ, ਜਿਹੜਾ ਵੇਸਟ ਹੁੰਦਾ ਉਹਦੀ ਐਕਸਕ੍ਰੀਸ਼ਨ ਹੋ ਜਾਂਦੀ ਹੈ। ਉਹ ਸਾਰਾ ਅਸੀਂ ਪਿਛਲੀ ਕਲਾਸਾਂ ਦੇ ਵਿੱਚ ਪੜ੍ਹ ਆਏ ਹਾਂ। ਸਿਮਿਲਰਲੀ ਡਿਫਰੈਂਟ ਔਰਗਨਸ ਆਫ ਪਲਾਂਟਸ ਪਰਫੋਰਮ ਸਪੈਸੀਫਿਕ ਸਪੈਸ਼ਲਾਈਜ਼ਡ ਫੰਕਸ਼ਨਸ। ਪਲਾਂਟਸ ਦੇ ਵਿੱਚ ਵੀ ਬੜੇ ਸਾਰੇ ਸਪੈਸੀਫਿਕ ਫੰਕਸ਼ਨ ਹੁੰਦੇ ਆ, ਜਿਵੇਂ ਸਾਰਾ ਪੌਦਾ ਹੈ ਉਹਦੇ ਵਿੱਚ ਕੰਮ ਜਿਹੜੇ ਨਾ ਉਹਨਾਂ ਨੇ ਡਿਵਾਈਡ ਕੀਤੇ ਹੁੰਦੇ ਆ। ਰੂਟ ਨੇ ਕੀ ਕਰਨਾ ਹੁੰਦਾ ਹੈ, ਉਹਨੇ ਸੋਇਲ ਦੇ ਵਿੱਚੋਂ ਕੀ ਅਬਜ਼ੋਰਬ ਕਰਨਾ ਹੁੰਦਾ ਹੈ, ਵਾਟਰ ਅਤੇ ਮਿਨਰਲਸ ਅਬਜ਼ੋਰਬ ਕਰਨੇ ਹੁੰਦੇ ਆ। ਲੀਵਸ ਨੂੰ ਕਿਚਨ ਕਿਹਾ ਜਾਂਦਾ ਹੈ ਪਲਾਂਟ ਦੀ, ਕਿਉਂਕਿ ਇੱਥੇ ਖਾਣਾ ਬਣਦਾ। ਫੋਟੋਸਿੰਥੇਸਿਸ ਜਿਹੜਾ ਹੈ ਉਹ ਲੀਵਸ ਦੇ ਵਿੱਚ ਹੀ ਹੁੰਦਾ ਹੈ। ਫੋਟੋਸਿੰਥੇਸਿਸ ਦਾ ਜਿਹੜਾ ਪ੍ਰੋਸੈਸ ਹੈ ਉਹ ਕਿੱਥੇ ਹੋ ਰਿਹਾ ਹੁੰਦਾ ਹੈ, ਲੀਵਸ ਦੇ ਵਿੱਚ ਹੋ ਰਿਹਾ ਹੁੰਦਾ ਹੈ। ਇਹਦੇ ਬਾਰੇ ਵੀ ਅਸੀਂ ਸਾਰਾ ਕੁਝ ਪੜ੍ਹ ਲਿਆ ਹੋਇਆ। ਹੁਣ ਜਿਹੜਾ ਵੀ ਔਰਗਨ ਦੇ ਵਿੱਚ ਜਿਹੜਾ ਵੀ ਕੰਮ ਹੁੰਦਾ ਪਿਆ, ਉਹ ਔਰਗਨਸ ਜਿਹੜੇ ਆ ਉਹ ਮਿਲ ਕੇ ਇੱਕ ਔਰਗਨ ਸਿਸਟਮ ਬਣਾਉਂਦੇ ਆ, ਉਹ ਪ੍ਰੋਪਰ ਕੰਮ ਕਰਦਾ। ਔਰਗਨ ਸਿਸਟਮ ਦੇ ਵਿੱਚ ਔਰਗਨਸ ਕੰਮ ਕਰਦੇ ਪਏ ਆ ਨਾ। ਹੁਣ ਅਸੀਂ ਵੇਖਣਾ ਕਿ ਜਿਹੜਾ ਔਰਗਨ ਹੈ ਉਹ ਕਾਹਦਾ ਬਣਿਆ ਹੁੰਦਾ ਹੈ। ਔਰਗਨ ਛੋਟੇ ਛੋਟੇ ਪਾਰਟਸ ਦਾ ਬਣਿਆ ਹੁੰਦਾ। ਉਹ ਪਾਰਟਸ ਨੂੰ ਕੀ ਕਹਿੰਦੇ ਆ, ਉਹ ਪਾਰਟਸ ਨੂੰ ਕਹਿੰਦੇ ਆ ਟਿਸ਼ੂਸ, ਠੀਕ ਹੈ। ਹੁਣ ਟਿਸ਼ੂ ਦੀ ਡੈਫੀਨੇਸ਼ਨ ਜਿਹੜੀ ਉਹ ਕਰਨੀ ਹੈ। ਟਿਸ਼ੂ ਦੀ ਡੈਫੀਨੇਸ਼ਨ ਕੀ ਹੈ, ਅ ਟਿਸ਼ੂ ਇਜ਼ ਅ ਗਰੁੱਪ ਆਫ ਸਿਮਿਲਰ ਸੈਲਸ। ਸੇਮ ਤਰ੍ਹਾਂ ਦੇ ਸੈਲਸ ਜਦੋਂ ਇੱਕ ਸਪੈਸੀਫਿਕ ਕੰਮ ਕਰਨ ਨਾ, ਉਹਨਾਂ ਨੂੰ ਹੀ ਕੀ ਕਹਿ ਦਿੰਦੇ ਆ, ਟਿਸ਼ੂ। ਇਹਦਾ ਮਤਲਬ ਔਰਗਨ ਕਿਹਦਾ ਮਿਲ ਕੇ ਬਣਿਆ ਹੋਇਆ ਹੈ, ਟਿਸ਼ੂ ਦਾ। ਅਤੇ ਟਿਸ਼ੂ ਕਾਹਦੇ ਮਿਲ ਕੇ ਬਣੇ ਹੋਏ ਆ, ਸੈਲਸ ਦੇ। ਜਦੋਂ ਚੈਪਟਰ ਸਟਾਰਟ ਹੋਇਆ ਸੀ ਉਦੋਂ ਹੀ ਅਸੀਂ ਕੀਤਾ ਸੀ ਕਿ ਅਸੀਂ ਕਿਸੇ ਲਿਵਿੰਗ ਔਰਗੈਨਿਜ਼ਮ ਦੀ ਕੀ ਦੇਖਦੇ ਹਾਂ, ਬੋਡੀ ਦੇਖਦੇ ਹਾਂ। ਪਰ ਇੱਕ ਵਾਰੀ ਫਿਰ ਅਸੀਂ ਉਹਨੂੰ ਰਿਵਾਈਜ਼ ਕਰ ਲੈਂਦੇ ਹਾਂ।